ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਗੁਰਬਾਣੀ ਕਲਾਸ ਦੇ ਵਿੱਚ ਬੱਚਿਆਂ ਨੇ ਪੁੱਛਿਆ, ਗੁਰਦੁਆਰੇ ਦੇ ਵਿੱਚ ਰੋਜ਼ ਪ੍ਰਸ਼ਾਦ ਮਿਲਦਾ ਹੈ, ਇਸ ਦੀ ਕੀ ਮਹਾਨਤਾ ਹੈ? ਤਾਂ ਇੱਕ ਹੋਰ ਬੱਚੇ ਨੇ ਕਿਹਾ, ਪ੍ਰਸ਼ਾਦ ਬੜਾ ਟੇਸਟੀ ਹੁੰਦਾ ਹੈ, ਮੈਂ ਤਾਂ ਕਦੇ ਕਦੇ 2 ਵਾਰੀ ਵੀ ਲੈ ਲੈਣਾ ਵਾ। ਤਾਂ ਅੱਜ ਅਸੀਂ ਪ੍ਰਸ਼ਾਦ ਦੀ ਮਹਾਨਤਾ ਦੇ ਬਾਰੇ ਸਮਝਣਾ ਹੈ। ਪ੍ਰਸ਼ਾਦ ਦਾ ਮਤਲਬ ਹੈ ਕਿਰਪਾ, ਔਰ ਇਹ ਸੰਸਕ੍ਰਿਤ ਦਾ ਵਰਡ ਹੈ। ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ, ਯਾਨੀ ਗੁਰਦੁਆਰਾ ਸਾਡੇ ਗੁਰੂ ਜੀ ਦਾ ਘਰ ਹੈ, ਤਾਂ ਗੁਰੂ ਜੀ ਦੇ ਘਰ ਵਿੱਚ ਜਦੋਂ ਅਸੀਂ ਜਾਂਦੇ ਹਾਂ, ਉੱਥੋਂ ਸਾਨੂੰ ਗੁਰੂ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ, ਗੁਰੂ ਜੀ ਦਾ ਪ੍ਰਸਾਦ ਪ੍ਰਾਪਤ ਹੁੰਦਾ ਹੈ, ਜਿਸ ਪ੍ਰਸਾਦ ਵਿੱਚ ਬੜੀ ਸ਼ਕਤੀ ਹੈ। ਔਰ ਇਹ ਪ੍ਰਸਾਦ ਦੀ ਪ੍ਰਥਾ ਕਿਸ ਤਰ੍ਹਾਂ ਸ਼ੁਰੂ ਹੋਈ, ਉਹ ਮੈਂ ਆਪ ਜੀ ਨੂੰ ਦੱਸਾਂਗੀ। ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਜਦੋਂ ਸਿੱਧਾਂ ਕੋਲ ਗਏ, ਤਾਂ ਸਿੱਧਾਂ ਕੋਲ ਬੜੀਆਂ ਸ਼ਕਤੀਆਂ ਸਨ। ਉਹਨਾਂ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਧਰਮ ਵਿੱਚ ਲਿਆਉਣਾ ਚਾਹਾ, ਜਾਂ ਆਪਣੇ ਗਰੁੱਪ ਵਿੱਚ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਇਸ ਤਰ੍ਹਾਂ ਸਫਲ ਨਾ ਹੋ ਸਕੇ, ਕਿਉਂਕਿ ਗੁਰੂ ਨਾਨਕ ਸਾਹਿਬ ਕੋਲ ਪਰਮੇਸ਼ਰ ਦੀਆਂ ਸ਼ਕਤੀਆਂ ਸਨ। ਤਾਂ ਇੱਕ ਦਿਨ ਸਿੱਧਾਂ ਨੇ ਵਿਚਾਰ ਕੀਤੀ ਕਿ ਇਹ ਬਾਲਕ ਜੋ ਹੈ, ਇਹ ਸਾਡੇ ਕਿਸੇ ਵੀ ਗੱਲ ਵਿੱਚ ਫਸਦਾ ਨਹੀਂ ਹੈ। ਅਤੇ ਉਹਨਾਂ ਨੇ ਇੱਕ ਹੋਰ ਯੁਕਤੀ ਸੋਚੀ ਕਿ ਸਾਰੇ ਸਿੱਧ ਜੋ ਸਨ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਸਾਨੂੰ ਬੜੀ ਭੁੱਖ ਲੱਗੀ ਹੈ, ਕੁਝ ਛਕਾਓ। ਔਰ ਇਸ ਤਰ੍ਹਾਂ ਬੋਲ ਕੇ ਸਾਰੇ ਸਿੱਧ ਬੁੱਢੇ ਬਣ ਗਏ, ਬੁੱਢੇ ਜਿਨ੍ਹਾਂ ਦੇ ਮੂੰਹ ਵਿੱਚ ਦੰਦ ਨਹੀਂ ਹਨ, ਤੁਰ ਨਹੀਂ ਸਕਦੇ, ਔਰ ਗੁਰੂ ਜੀ ਨੂੰ ਕਹਿੰਦੇ ਹਨ ਸਾਨੂੰ ਬੜੀ ਭੁੱਖ ਲੱਗੀ ਹੈ, ਕੁਝ ਛਕਾਓ। ਅਤੇ ਗੁਰੂ ਨਾਨਕ ਸਾਹਿਬ ਕੋਲ ਤਾਂ ਪਰਮੇਸ਼ਰ ਦੀਆਂ ਸ਼ਕਤੀਆਂ ਸਨ। ਉਹ ਸਮਝ ਗਏ ਕਿ ਇਹ ਸਿੱਧਾਂ ਦੀ ਇੱਕ ਚਾਲ ਹੈ। ਤਾਂ ਉਹਨਾਂ ਨੇ ਉਸ ਵੇਲੇ ਪਹਿਲੇ ਟਾਈਮ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਔਰ ਸਾਰੇ ਸਿੱਧਾਂ ਨੂੰ ਖਵਾਈ, ਕਿਉਂਕਿ ਸਾਰੇ ਬੁੱਢੇ ਸਨ, ਮੂੰਹ ਵਿੱਚ ਦੰਦ ਨਹੀਂ ਸਨ, ਅਤੇ ਪ੍ਰਸ਼ਾਦ ਖਾਣ ਲੱਗਿਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਈ। ਵੈਸੇ ਸਿੱਧ ਸੋਚ ਰਹੇ ਸਨ, ਇਹ ਬਾਲਕ ਸਾਨੂੰ ਕੀ ਖਵਾਏਗਾ, ਜੋ ਕੁਛ ਲੈ ਕੇ ਆਏਗਾ ਅਸੀਂ ਖਾਣਾ ਨਹੀਂ, ਕਿਉਂਕਿ ਸਾਡੇ ਮੂੰਹ ਵਿੱਚ ਦੰਦ ਨਹੀਂ ਹਨ। ਪਰ ਬਾਲਕ ਵੀ ਕੋਈ ਛੋਟਾ ਮੋਟਾ ਬਾਲਕ ਨਹੀਂ ਸੀ, ਉਹ ਨਾਨਕ ਜੀ ਸੀ, ਉਹ ਵੀ ਪਰਮੇਸ਼ਰ ਦਾ ਰੂਪ ਸੀ, ਉਹਦੇ ਕੋਲ ਪਰਮੇਸ਼ਰ ਦੀਆਂ ਸ਼ਕਤੀਆਂ ਸਨ। ਜੋ ਇਹ ਇੱਕ ਪ੍ਰਥਾ ਗੁਰੂ ਨਾਨਕ ਸਾਹਿਬ ਨੇ ਪ੍ਰਸ਼ਾਦ ਦੀ ਚਾਲੂ ਕੀਤੀ। ਸਿੱਧਾਂ ਨੇ ਪ੍ਰਸ਼ਾਦ ਛਕਿਆ ਔਰ ਬੜੇ ਖੁਸ਼ ਹੋ ਗਏ, ਕਹਿੰਦੇ ਨੇ ਇਹ ਤਾਂ ਬੜਾ ਹੀ ਸਵਾਦਿਸ਼ਟ ਭੋਜਨ ਹੈ। ਹੁਣ ਅਸੀਂ ਪ੍ਰਸ਼ਾਦ ਦੀ ਸ਼ਕਤੀ ਦੇ ਬਾਰੇ 'ਚ ਗੱਲ ਕਰਨੀ ਹੈ ਕਿ ਪ੍ਰਸ਼ਾਦ ਕਿਸ ਤਰ੍ਹਾਂ ਕਿਤਨੀ ਸ਼ਕਤੀ ਹੈ। ਤਾਂ ਇਹ ਸਾਖੀ ਇਸ ਤਰ੍ਹਾਂ ਹੈ, ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਿੱਲੀ ਗਏ ਔਰ ਔਰੰਗਜ਼ੇਬ ਦੀ ਕੈਦ ਵਿੱਚ ਸਨ, ਔਰੰਗਜ਼ੇਬ ਨੇ ਉਹਨਾਂ ਨੂੰ ਭੂਤਾਂ ਦੀ ਹਵੇਲੀ ਵਿੱਚ ਡੱਕ ਦਿੱਤਾ ਸੀ, ਜਿੱਥੇ ਬਹੁਤ ਸਾਰੇ ਭੂਤ ਸਨ, ਔਰ ਭੂਤਾਂ ਦੇ ਹਵੇਲੀ 'ਚ ਰਹਿਣਾ ਮੁਸ਼ਕਿਲ ਹੀ ਹੁੰਦਾ ਹੈ। ਉੱਥੇ ਜਦੋਂ ਸਤਿਗੁਰੂ ਜੀ ਨੂੰ ਡੱਕ ਦਿੱਤਾ, ਕਿ ਉੱਥੋਂ ਦਾ ਜਿਹੜਾ ਭੂਤ ਸੀ, ਉਸਦੇ ਮਨ ਵਿੱਚ ਇੱਕਦਮ ਠੰਡ ਪੈ ਗਈ। ਉਸਨੇ ਸੋਚਿਆ ਕਿ ਇਹ ਕੋਈ ਪਰਮ ਪੁਰਸ਼ ਹੈ, ਇਹ ਕੋਈ ਪਰਮੇਸ਼ਰ ਦਾ ਰੂਪ ਹੈ, ਜਿਹਦੇ ਮੇਰੀ ਹਵੇਲੀ ਵਿੱਚ ਆਉਣ ਕਰਕੇ ਮੇਰੇ ਸੀਨੇ ਵਿੱਚ ਠੰਡ ਪੈ ਗਈ ਹੈ, ਮੇਰੇ ਮਨ ਵਿੱਚ ਸਕੂਨ ਆ ਗਿਆ ਹੈ। ਤਾਂ ਉਸਨੇ ਆ ਕੇ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਇਹ ਹੋਰ ਖੁਸ਼ ਹੋ ਗਿਆ। ਤਾਂ ਫਿਰ ਉਸਨੇ ਸੋਚਿਆ ਕਿ ਐਸੇ ਮਹਾਂਪੁਰਸ਼ ਨੂੰ ਕੁਝ ਛਕਾਣਾ ਚਾਹੀਦਾ ਹੈ, ਬਹੁਤ ਦਿਨਾਂ ਤੋਂ ਇੱਥੇ ਬੰਦ ਹਨ, ਭੁੱਖੇ ਹਨ। ਤਾਂ ਭੂਤ ਜਿਹੜਾ ਹੈ ਉਹ ਬਾਜ਼ਾਰ ਗਿਆ ਔਰ ਉਸਨੇ ਬਹੁਤ ਸਾਰੇ ਫਲ ਲੈ ਕੇ ਆਂਦੇ ਗੁਰੂ ਤੇਗ ਬਹਾਦਰ ਜੀ ਵਾਸਤੇ, ਔਰ ਗੰਨੇ ਲੈ ਕੇ ਆਇਆ, ਲਿਆ ਕੇ ਗੁਰੂ ਜੀ ਦੇ ਅੱਗੇ ਰੱਖੇ ਔਰ ਪ੍ਰਾਰਥਨਾ ਕੀਤੀ, ਬੇਨਤੀ ਕੀਤੀ, ਮਹਾਰਾਜ ਜੀ ਛਕੋ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਗੰਨਾ ਲਿਆ ਔਰ ਥੋੜਾ ਜਿਹਾ ਚੂਸਿਆ, ਚੂਸਣ ਦੇ ਬਾਅਦ ਛਿਲਕੇ ਸੁੱਟ ਦਿੱਤੇ। ਹੁਣ ਭੂਤ ਨੇ ਕੀ ਕੀਤਾ, ਉਹ ਛਿਲਕੇ ਜਿਹੜੇ ਸਨ ਗੁਰੂ ਜੀ ਦੇ, ਉਹ ਚੂਸ ਲਏ। ਉਹ ਜੈਸੇ ਹੀ ਉਹਨੇ ਛਿਲਕੇ ਚੂਸੇ ਤੇ ਉਹਦੇ ਵਾਸਤੇ ਸਵਰਗਾ ਤੋਂ ਵਿਵਾਨ ਆ ਗਏ ਔਰ ਉਹ ਮੁਕਤ ਹੋ ਗਿਆ, ਔਰ ਭੂਤ ਜੋਨੀ ਤੋਂ ਮੁਕਤ ਹੋ ਕੇ ਸਵਰਗ ਲੋਕ ਨੂੰ ਚਲਾ ਗਿਆ। ਇਸ ਤਰ੍ਹਾਂ ਦੀ ਗਾਥਾ ਮੈਂ ਸੁਣੀ ਹੈ, ਜੋ ਆਪ ਜੀ ਨੇ ਸੁਣਾਈ ਹੈ। ਇਹ ਪ੍ਰਸ਼ਾਦ ਦੀ ਤਾਕਤ ਹੈ। ਤਾਂ ਸਾਨੂੰ ਇਹ ਸਾਰਿਆਂ ਨੂੰ ਬੜੇ ਅਦਬ ਦੇ ਸਤਿਕਾਰ ਦੇ ਨਾਲ ਪ੍ਰਸ਼ਾਦ ਲੈਣਾ ਚਾਹੀਦਾ ਹੈ। ਪ੍ਰਸ਼ਾਦ ਲੈਣ ਲੱਗਿਆਂ ਜਲਦੀ ਨਹੀਂ ਕਰਨੀ ਚਾਹੀਦੀ। ਅਕਸਰ ਕੀ ਹੁੰਦਾ, ਅਸੀਂ ਸਾਰੇ ਜਲਦੀ ਵਿੱਚ ਹੋ ਜਾਂਦੇ ਹਾਂ, ਜਲਦੀ ਵਿੱਚ ਹੋਂਦੇ ਹਾਂ ਅਤੇ ਖੜੇ ਹੋ ਜਾਂਦੇ ਹਾਂ। ਲੇਕਿਨ ਵਿਧੀ ਕੀ ਹੈ,
प्रसाद बैठ के लेना है और 2 हाथ जोड़ के बड़े सत्कार दे नाल प्रसाद लेना है। तो ये है प्रसाद दी महानता। वाहिगुरु जी का खालसा, वाहिगुरु जी की फतेह। इत्थे असीं 2 पंक्तियां गानियां हन। जे जे प्रसाद छत्ती अमृत खाए, तिस ठाकर को रख मन माए। कर प्रसाद गुरुदेव, नानक प्रभु शरणागति, कर प्रसाद गुरुदेव। नानक प्रभु शरणागति, कर प्रसाद गुरुदेव। सुखमनी साहब दी 6वीं अष्टपदी जो है वो प्रसाद दे नाल ही भरपूर है। अगर ध्यान नाल पढ़िए तो सानू बड़ा आनंद आएगा।